Audio Jungle। ग्राउंड ਲੈਵਲ ਦੀ ਰਿਪੋਰਟ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਧਰਤੀ ਨੂੰ ਕੈਂਸਰ ਹੋ ਗਿਆ ਆਪਣੀ ਗੰਡੋਏ ਜੋ ਛੱਡੇ ਗਏ ਸੀਗੇ। ਠੀਕ ਹੈ ਜੀ, ਉਹ ਤੁਹਾਨੂੰ ਮੈਂ ਦਿਖਾਉਣਾ ਆ ਜੀ। ਆ ਇਸ ਤਰ੍ਹਾਂ ਦੀ ਮਤਲਬ ਖਾਦ ਤਿਆਰ ਹੋ ਜਾਂਦੀ ਹੈ ਖੇਤਾਂ ਵਾਸਤੇ। ਹੋਰ ਜਵੀ ਬੀਜੀ ਗਈ ਹੈ ਆਪਣੇ ਪਸ਼ੂਆਂ ਦੇ ਚਾਰੇ। ਸਤਿ ਸ਼੍ਰੀ ਅਕਾਲ। BNN ਮੀਡੀਆ ਹਾਊਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ। ਮੈਂ ਤੁਹਾਡਾ ਆਪਣਾ ਰਾਹੁਲ ਸ਼ਰਮਾ। ਅੱਜ ਆਪਾਂ ਪਹੁੰਚੇ ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਉਪ ਸਕੱਤਰ ਦਿਲਪ੍ਰੀਤ ਸਿੰਘ ਟੋਡਰਵਾਲ ਦੇ ਫਾਰਮ ਹਾਊਸ ਦੇ ਵਿੱਚ। ਖੇਤੀਬਾੜੀ ਨਾਲ ਸੰਬੰਧਿਤ ਕੁਝ ਗੱਲਾਂ ਬਾਤਾਂ ਕਰਦੇ ਹਾਂ, ਕੁਝ ਜਾਣਕਾਰੀ ਹਾਸਲ ਕਰਾਂਗੇ, ਕੁਝ ਆਰਗੈਨਿਕ ਖੇਤੀ ਬਾਰੇ ਉਹਨਾਂ ਕੋਲ ਜਾਣਕਾਰੀ ਲਵਾਂਗੇ। ਆਓ ਕਰਦੇ ਹਾਂ ਉਹਨਾਂ ਨਾਲ ਖਾਸ ਮੁਲਾਕਾਤ। ਗਰਾਊਂਡ ਲੈਵਲ ਦੀ ਰਿਪੋਰਟ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਇਹ ਹਲਦੀ ਓਕੇ। ਇਹ ਸਾਰਾ ਜ਼ਿਮੀਂਦਾਰ ਆ ਫਿਰ ਤੁਸੀਂ ਖੁਦ ਆਪ ਹੀ ਦੇਖਦੇ ਕਿ ਨਾਲ ਹੋਰ ਵੀ ਰੱਖੇ ਆ? ਨਹੀਂ, ਇਹ ਸਾਰਾ ਆਪ ਹੀ ਕਰਦੇ ਆ ਜੀ। ਓਕੇ, ਸਾਰਾ ਆਪ ਹੀ ਖੁਦ ਹੀ ਕਰਦੇ। ਇਹਦੀ ਫਿਰ ਤੁਹਾਨੂੰ ਕਿਤੋਂ ਮਤਲਬ ਸਟੱਡੀ ਵੀ ਲੈਣੀ ਪੈਂਦੀ ਆ? ਨਹੀਂ ਜੀ, ਇਹ ਜ਼ਿਮੀਂਦਾਰਾਂ ਦੇ ਸਾਡੇ ਖੂਨ ਦੇ ਵਿੱਚ ਆ। ਅੱਛਾ, ਬਚਪਨ ਤੋਂ ਹੀ ਅਸੀਂ ਜ਼ਿਮੀਂਦਾਰਾ ਕਰਦੇ ਆ ਰਹੇ ਆ। ਓਕੇ। ਤੇ ਮਤਲਬ ਸਾਨੂੰ ਕੋਈ ਫਰਕ ਨਹੀਂ ਹੈ ਚੀਜ਼ ਦਾ। ਜਿੱਦਾਂ ਆਰਗੈਨਿਕ ਬਾਰੇ ਤੁਸੀਂ ਹੁਣ ਦੱਸਿਆ ਨਾ ਮੈਨੂੰ, ਉਹਦੇ ਬਾਰੇ ਕੁਝ ਤੁਹਾਨੂੰ ਫਿਰ ਉਹਦੇ ਬਾਰੇ ਕੋਈ ਸਟੱਡੀ ਵੀ ਕਿਤੋਂ ਲੈਣੀ ਪੈਂਦੀ ਕਿ ਆਪ ਹੀ? ਹਾਂਜੀ, ਉਹਦੇ ਬਾਰੇ ਕੁਝ ਜਾਣਕਾਰੀ ਲੈਣੀ ਪੈਂਦੀ ਆ ਆਸੇ ਪਾਸੇ ਤੋਂ ਵੀ। ਓਕੇ। ਤੇ ਉਹ ਆਪਾਂ ਜਾਣਕਾਰੀ ਹਾਸਲ ਕਰਕੇ ਉਹਨੂੰ ਸਹੀ ਢੰਗ ਨਾਲ ਜਿੱਦਾਂ ਵੀ ਵਰਤ ਸਕਦੇ ਆ ਉਹ ਵਰਤੀਦਾ ਆ। ਓਕੇ। ਜੀ, ਇਹ ਜਵੀ ਆ ਜੀ। ਇਹ ਆਪਾਂ ਮਤਲਬ 3 ਕੁ ਏਕੜ ਜਵੀ ਜੋ ਆ ਪਸ਼ੂਆਂ ਦੇ ਚਾਰੇ ਵਾਸਤੇ। ਓਕੇ, ਵੀ ਇਹਦਾ ਮਤਲਬ ਅਚਾਰ ਪਾਇਆ ਜਾਊਗਾ। ਠੀਕ ਹੈ ਜੀ। ਜੋ ਮਤਲਬ ਸਟੋਰ ਕਰਕੇ ਆਪਾਂ ਸਟੋਰ ਕਰਕੇ 6-7 ਮਹੀਨੇ ਵਾਸਤੇ ਮਤਲਬ ਇਹਨੂੰ ਗਰਮੀਆਂ ਦੇ ਸਮੇਂ ਵਿੱਚ ਵਰਤਿਆ ਜਾਊਗਾ ਇਹਨੂੰ। ਠੀਕ ਹੈ। ਚਾਰੇ ਓਕੇ 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 ਓਕੇ। ਇਹ ਪਸ਼ੂਆਂ ਦਾ ਚਾਰਾ ਤਿਆਰ ਹੋਊਗਾ ਗਰਮੀਆਂ ਦੇ ਵਿੱਚ। ਖੇਤੀਬਾੜੀ ਨਾਲ ਸੰਬੰਧਿਤ ਕੁਝ ਤੁਹਾਡੇ ਕੋਲ ਜਾਣਕਾਰੀ ਲੈਣੀ ਆ। ਜਿੱਦਾਂ ਅੱਜ ਕੱਲ੍ਹ ਬਹੁਤ ਮੈਡੀਸਨ ਪਾ ਰਹੇ ਆ, ਬਹੁਤ ਜ਼ਿਆਦਾ ਖਾਦਾਂ ਪਾ ਰਹੇ ਆ ਉਹ, ਹੈ ਨਾ। ਹੁਣ ਪਹਿਲਾਂ ਅੱਜ ਤੋਂ ਪਹਿਲਾਂ ਕਰਦੇ ਸੀ ਆਰਗੈਨਿਕ ਖੇਤੀਆਂ ਕਰਦੇ ਸੀਗੇ, ਉਹ ਚੀਜ਼ ਬੰਦ ਹੋ ਚੁੱਕੀ ਆ। ਹੁਣ ਇੰਨੀ ਕੁ ਜ਼ਿਆਦਾ ਆਪਾਂ ਆਪਣੀ ਜਿਹੜੀ ਧਰਤੀ ਆ ਇਹਨੂੰ ਕੈਂਸਰ ਹੋ ਚੁੱਕਿਆ ਬਹੁਤ ਜਗ੍ਹਾ 'ਤੇ। ਤੁਸੀਂ ਸੁਣਿਆ ਵੀ ਹੋਣਾ ਨਿਊਜ਼ ਦੇ ਵਿੱਚ ਵੀ, ਹੈ ਨਾ। ਆਪਣੇ ਬਹੁਤ ਜਗ੍ਹਾ 'ਤੇ ਉਹਨਾਂ ਨੇ ਵਾਇਰ ਲਾ ਕੇ ਬੰਦ ਕਰ ਦਿੱਤੀ ਆ। ਜਿੱਦਾਂ ਨੂੰ ਕੈਂਸਰ ਹੋ ਗਿਆ ਆ, ਧਰਤੀ ਨੂੰ ਕੈਂਸਰ ਹੋ ਗਿਆ ਆਪਣੀ ਜ਼ਮੀਨ ਨੂੰ। ਉਹਦੇ ਨਾਲ ਸੰਬੰਧਿਤ ਆਪਾਂ ਤੁਹਾਡੇ ਨਾਲ ਕੁਝ ਜਾਣਕਾਰੀ ਲੈਣੀ ਤੁਹਾਡੇ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ BNN ਮੀਡੀਆ ਦਾ ਬਹੁਤ ਬਹੁਤ ਸਵਾਗਤ ਤੇ ਬਹੁਤ ਧੰਨਵਾਦ ਜੋ ਖੇਤਾਂ ਵਿੱਚ ਜਾ ਕੇ ਕਵਰੇਜ ਕਰ ਰਹੇ ਆ। ਆਮ ਜੋ ਜਾਣਕਾਰੀਆਂ ਜੋ ਸਾਡੇ ਤੋਂ ਬਹੁਤ ਅਸੀਂ ਵਾਂਝੇ ਆ ਜਿਹਦੇ ਤੋਂ, ਉਹ ਜਾਣਕਾਰੀਆਂ ਜੋ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਆ। ਬਹੁਤ ਧੰਨਵਾਦ ਮੇਰੇ ਵੀਰ ਦਾ। ਤੇ ਮੈਂ ਤੁਹਾਨੂੰ ਇਹ ਜਾਣਕਾਰੀ ਦੇਣ ਜਾ ਰਿਹਾ ਵੀ ਇਸ ਵਾਰ ਅਸੀਂ DAP ਤੋਂ ਬਗੈਰ ਕਣਕ ਦੀ ਬਿਜਾਈ ਕੀਤੀ ਹੈ ਜੀ। ਓਕੇ। ਤੇ ਹੋਰ ਜਵੀ ਬੀਜੀ ਗਈ ਹੈ ਆਪਣੇ ਪਸ਼ੂਆਂ ਦੇ ਚਾਰੇ ਵਾਸਤੇ। ਠੀਕ ਹੈ ਜੀ। ਉਹ ਵੀ ਮਤਲਬ ਕਿ ਬਿਨਾਂ ਯੂਰੀਆ ਤੇ ਬਿਨਾਂ DAP ਤੋਂ ਉਹਦੀ ਬਿਜਾਈ ਹੋਈ ਹੈ ਸਾਰੀ। ਤੇ ਆਰਗੈਨਿਕ ਵਰਜਨ ਕੁਝ ਵਰਤੇ ਗਏ ਆ ਉਹਦੇ ਵਾਸਤੇ। ਮਤਲਬ ਕਹਿ ਲਓ ਵੀ ਸਾਨੂੰ ਤੋੜ ਚਾਹੀਦਾ ਕਿਸੇ ਵੀ ਚੀਜ਼ ਦਾ। ਅਸੀਂ ਜੇ ਕਿਸੇ ਇੱਕ ਚੀਜ਼ ਨੂੰ ਜੇ ਪੈਸਟੀਸਾਈਡ ਤੋਂ ਬਾਹਰ ਆਉਣਾ ਤਾਂ ਸਾਨੂੰ ਉਹਦੇ ਵਾਸਤੇ ਕੋਈ ਤੋੜ ਚਾਹੀਦਾ ਆ। ਉਹ ਜ਼ਰੂਰ ਵਰਤਿਆ ਗਿਆ ਆ। ਪਰ ਇਹ DAP ਤੇ ਯੂਰੀਆ ਦਾ ਬਿਲਕੁਲ ਮਤਲਬ ਬੰਦ ਕਰਨ ਦਾ ਜੋ ਫੈਸਲਾ ਲਿਆ ਆ, ਉਹਨੂੰ ਬੰਦ ਕੀਤਾ ਗਿਆ ਆ। ਤੇ ਬਾਕੀ ਵੀਰੋ, ਆਪਣੇ ਖਾਣ ਵਾਸਤੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਵੀ ਆਪਣੇ ਖਾਣ ਵਾਸਤੇ ਘਰੇਲੂ ਜੋ ਆਪਾਂ ਵਰਤਦੇ ਆ, ਜਿੱਦਾਂ ਸਰੋਂ ਦਾ ਤੇਲ ਹੋ ਗਿਆ, ਉਹਦੇ ਵਾਸਤੇ ਸਰੋਂ ਬੀਜੋ। ਖਾਣ ਵਾਸਤੇ ਕੋਈ ਛੋਲੇ ਬੀਜ ਲਓ, ਕੁਝ ਹੋਰ ਵਸਤੂਆਂ ਜੋ ਘਰੇਲੂ ਖਾਣ ਦੀਆਂ ਸਬਜ਼ੀਆਂ ਆ ਆਪਣੇ, ਉਹਨਾਂ ਨੂੰ ਖਾਸ ਤੌਰ 'ਤੇ ਆਪਾਂ ਕੋਈ ਯੂਰੀਆ ਜਾਂ DAP ਜਾਂ ਕੋਈ ਸਪਰੇਆਂ ਨਾ ਕਰੀਏ। ਕਿਉਂਕਿ ਇਹ ਜ਼ਹਿਰ ਜੋ ਹੈ ਇਹ ਸਾਡੇ ਬੱਚਿਆਂ ਤੱਕ, ਸਾਡੀ ਜ਼ਮੀਨ ਧਰਤੀ ਸਾਡੀ ਮਾਂ ਆ। ਅਸੀਂ ਆਪਣੀ ਮਾਂ ਨੂੰ ਕਹਿ ਲਓ ਵੀ ਜ਼ਹਿਰ ਦਈ ਜਾਂਦੇ ਆ। ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਧਰਤੀ ਸਾਡੀ ਮਾਂ ਆ। ਅਸੀਂ ਆਪਣੀ ਹਵਾ ਵੀ ਦੂਸ਼ਿਤ ਕਰ ਲਈ, ਅਸੀਂ ਸਾਡੇ ਆਪਣੇ ਵਾਤਾਵਰਨ ਨੂੰ ਇੰਨਾ ਜ਼ਹਿਰੀਲਾ ਕਰ ਲਿਆ, ਤੇ ਅਸੀਂ ਆਪਣੇ ਪਾਣੀ ਵੀ ਗੰਧਲੇ ਕਰ ਲਏ, ਤੇ ਆਪਣੀ ਧਰਤੀ ਜਿਹੜੀ ਮਾਂ ਆ ਸਾਡੀ, ਉਹਨੂੰ ਵੀ ਅਸੀਂ ਕਹਿ ਲਓ ਵੀ ਕੈਂਸਰ ਕਰ ਲਿਆ। ਕੈਂਸਰ ਕਰ ਹੋ ਗਿਆ।
ਤੇ ਵੀਰੋ ਆ ਤੁਸੀਂ ਦੇਖ ਸਕਦੇ ਹੋ, ਆ ਮਤਲਬ ਕਿ ਛੋਲੇ ਬੀਜੇ ਗਏ ਆ ਆਪਣੇ ਖਾਣ ਵਾਸਤੇ, ਤੇ ਹੋਰ ਆ ਸਰੋਂ ਬੀਜੀ ਗਈ ਆ ਉਸ ਤੋਂ ਅੱਗੇ। ਅੱਛਾ ਜੀ, ਇਹਨਾਂ ਨੂੰ ਕੋਈ ਤੁਸੀਂ ਖਾਦ ਜਾਂ ਕੋਈ ਮਤਲਬ ਕੋਈ ਮੈਡੀਸਨ ਵਗੈਰਾ ਇਹਨਾਂ ਨੂੰ ਪਾਈ ਹੈ ਜਿਹੜੇ? ਨਹੀਂ ਜੀ, ਕੋਈ ਖਾਦ ਨਹੀਂ ਪਾਈ ਇਹਨਾਂ ਨੂੰ, ਤੇ ਇਹਨਾਂ ਨੂੰ ਮੈਂ ਦੇਸੀ ਰੂੜੀ ਪਾ ਕੇ ਬਿਜਾਈ ਹੋਈ ਹੈ ਇਹਦੀ, ਓਕੇ ਤੇ ਜਾਂ ਫਿਰ ਕੁਝ ਆਰਗੈਨਿਕ ਵਰਜਨ ਠੀਕ ਹੈ ਜੀ, ਉਹ ਵਰਤੇ ਗਏ ਆ। ਇੱਕ ਜਿੱਦਾਂ ਮੈਂ ਉਧਰੋਂ ਆ ਰਿਹਾ ਸੀ, ਮੈਂ ਉੱਥੇ ਦੇਖਿਆ ਤੁਸੀਂ ਕਵਰ ਕੀਤਾ ਪਿਆ ਨਾ, ਉੱਥੋਂ ਗਡੋਏ ਵਗੈਰਾ ਤੁਸੀਂ ਰੱਖੇ ਆ, ਉਹ ਕਿੱਦਾਂ, ਉਹ ਗਡੋਏ ਕਿੱਥੋਂ ਲੈ ਕੇ ਆਏ ਜਾਂ ਤੁਸੀਂ ਇੱਥੇ ਕਿੱਦਾਂ ਕੀਤਾ, ਉਹ ਮੈਨੂੰ ਉਹਦੇ ਬਾਰੇ ਵੀ ਮਾੜਾ ਸਾਨੂੰ ਜਾਣਕਾਰੀ ਦਿਓ। ਵੀਰ ਜੀ ਗਡੋਏ ਜਿਹੜੇ ਆ ਉਹ ਆਪਣੀ ਧਰਤੀ ਦੇ ਵਿੱਚ ਵੀ ਬਹੁਤ ਆ, ਤੇ ਆਪਣੀ ਧਰਤੀ ਦੇ ਵਿੱਚੋਂ ਵੀ ਗੰਡੋਏ ਕੁਝ ਮਤਲਬ ਰੂੜੀ ਤਿਆਰ ਕਰਨ ਵਾਸਤੇ ਗੰਡੋਏ ਜਿਹੜੇ ਆ ਵਰਤੇ ਜਾ ਰਹੇ ਆ, ਤੇ ਕੁਝ ਗੰਡੋਏ ਜੋ ਇੱਕ ਆਸਟ੍ਰੇਲੀਆ ਦੀ ਬਰੀਡ ਹੈ ਉਹ ਫਟੈਂਡਾ, ਉਹ ਵੀ ਲਿਆਂਦੇ ਗਏ ਆ, ਉਹ ਮੈਂ ਫਲੋਰ ਤੋਂ ਲੈ ਕੇ ਆਇਆ ਸੀਗਾ। ਅੱਛਾ, ਫਲੋਰ ਤੋਂ ਲੈ ਹਾਂਜੀ ਹਾਂਜੀ, ਉਹ ਫਲੋਰ ਤੋਂ ਮਤਲਬ ਕਿ 20 ਕਿਲੋ ਗੰਡੋਏ ਲਿਆਂਦੇ ਸੀਗੇ ਅੱਛਾ ਵੀ ਉਹ ਟੈਸਟ ਕਰਨ ਵਾਸਤੇ, ਵੀ ਉਹ ਸਪੈਸ਼ਲ ਰੂੜੀ ਖਾਂਦੇ ਜ਼ਿਆਦਾਤਰ, ਉਹ ਓਕੇ ਮਤਲਬ ਮਿੱਟੀ 'ਚ ਨਹੀਂ ਜਾਂਦੇ ਉਹ। ਉਹਦਾ ਕਿੰਨਾ ਕੁ ਖਰਚਾ ਆ ਗਿਆ ਤੁਹਾਡਾ ਜਿਹੜਾ ਤੁਸੀਂ ਗਡੋਏ ਲੈ ਕੇ ਆਏ? ਉਹਦੀ ਕੋਈ 7-8 ਹਜ਼ਾਰ ਦਾ ਖਰਚਾ ਸੀਗਾ ਸਾਰਾ। ਠੀਕ ਹੈ, ਹਾਂਜੀ, ਤੇ ਹੁਣ ਉਹ ਅੱਗੇ ਦੀ ਅੱਗੇ ਉਹ ਮਤਲਬ ਇੱਥੇ ਤੁਸੀਂ ਜਿੱਦਾਂ ਹੁਣ ਉਹਨੂੰ ਫੇਰ ਦੁਬਾਰਾ ਲਿਆਉਣੇ ਪਊਗੇ ਜਾਂ ਉਹ ਵਧੂਗੇ ਅੱਗੇ ਦੀ ਅੱਗੇ? ਨਹੀਂ, ਉਹ ਵੱਧ ਜਾਣਗੇ ਜੀ, ਠੀਕ ਹੈ ਜੀ, ਉਹ ਮਤਲਬ ਦੁੱਗਣੇ ਹੋ ਜਾਣਗੇ ਪਹਿਲੀ ਵਾਰ 'ਚ। ਇੱਕ ਬੈੱਡ ਤਿਆਰ ਹੋਣ ਤੋਂ ਬਾਅਦ ਉਹ ਆਪਣੀ ਖਾਦ ਤਿਆਰ ਕਰਨਗੇ, ਨਾਲ ਉਹ ਵੀ ਦੁੱਗਣੇ ਹੋਣਗੇ, ਤੇ ਉਸ ਤੋਂ ਬਾਅਦ ਉਹ ਬੈੱਡ ਡਬਲ ਹੋਈ ਜਾਣਗੇ। ਓਕੇ ਤੇ ਆਪਣੀ ਘਰੇਲੂ ਖਾਦ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮਤਲਬ ਕਿ ਡੀਏਪੀ ਵਗੈਰਾ ਜਾਂ ਯੂਰੀਆ ਵਗੈਰਾ ਲੈਣ ਦੀ ਲੋੜ ਨਹੀਂ ਪਊਗੀ। ਆਪਣੇ ਖੇਤਾਂ ਵਿੱਚ ਸਾਰੀ ਵਰਮੀ ਕੰਪੋਸਟ ਦੀ ਜਿਹੜੀ ਖਾਦ ਆ ਉਹ ਹੀ ਵਰਤੀ ਜਾਊਗੀ। ਜਿੱਦਾਂ ਤੁਸੀਂ ਦੱਸਿਆ ਕਿ ਕਣਕ ਦਾ ਵੀ, ਕਣਕ ਵੀ ਤੁਸੀਂ ਆਰਗੈਨਿਕ ਬੀਜੀ ਆ ਹਨਾ, ਉਹ ਕਿੱਦਾਂ ਕਣਕ ਜਿਹੜੀ ਹੁਣ ਸਾਨੂੰ ਦਿਖਾ ਸਕਦੇ ਤੁਸੀਂ? ਹਾਂਜੀ, ਆਓ ਤੁਹਾਨੂੰ ਕਣਕ ਵੱਲ ਲੈ ਚੱਲਦੇ ਹਾਂ। ਆਜੋ ਆਜੋ, ਆਪਾਂ ਕਣਕ ਦੇਖਦੇ ਹਾਂ ਜਿਹੜੀ ਆਰਗੈਨਿਕ ਕਣਕ ਇਹਨਾਂ ਨੇ। ਹਾਂਜੀ, ਆ ਜੀ ਆਪਣੀ ਕਣਕ ਦੇ ਖੇਤ, ਓਕੇ, ਜੋ ਬਿਨਾਂ ਖਾਦ ਤੋਂ ਇਸ ਵਾਰ ਬੀਜੇ ਗਏ ਆ। ਤੇ ਤੁਸੀਂ ਇਹਦੀ ਕਹਿ ਲਓ ਵੀ ਆਪਾਂ ਡੀਏਪੀ ਇਸ ਕਰਕੇ ਵਰਤਦੇ ਆ ਵੀ ਸਾਡੀ ਜੋ ਜਰਮੀਨੇਸ਼ਨ ਨਹੀਂ ਹੋ ਰਹੀ ਕਣਕ ਦੀ, ਠੀਕ ਹੈ, ਜਰਮੀਨੇਸ਼ਨ ਕਰਨ ਲਈ ਸਾਨੂੰ ਡੀਏਪੀ ਵਰਤਣਾ ਪੈ ਰਿਹਾ ਆ। ਤੇ ਤੁਸੀਂ ਦੇਖ ਸਕਦੇ ਆ ਵੀ ਸਾਰਾ ਹੀ ਖੇਤ ਬੜਾ ਵਧੀਆ ਇਹਦੀ ਜਰਮੀਨੇਸ਼ਨ ਹੋ ਗਿਆ ਆ। ਤੇ ਇਸ ਤੋਂ ਬਾਅਦ ਅਸੀਂ ਯੂਰੀਆ ਵਰਤਦੇ ਆ ਵੀ ਸਾਡੀ ਕਣਕ ਨੂੰ ਗਰੋਥ ਚਾਹੀਦੀ ਆ, ਉਹਦੀ ਗਰੋਥ ਵਾਸਤੇ। ਤੇ ਉਹ ਅਸੀਂ ਸਵੇਰੇ ਮਤਲਬ ਪਾਣੀ ਲਗਾਉਣਾ ਇਹਨੂੰ। ਤੇ ਇਸ ਤੋਂ ਪਹਿਲਾਂ ਅਸੀਂ ਆਰਗੈਨਿਕ ਵਰਜਨ ਦੀ, ਹੁਣੇ ਤੁਸੀਂ ਦੇਖਿਆ ਸੀਗਾ ਵੀ ਆਪਣੇ ਸਪਰੇਅ ਕਰ ਗਿਆ ਆ, ਆਰਗੈਨਿਕ ਵਰਜਨ ਦੀ ਸਪਰੇਅ ਇਹਨੂੰ ਕਰ ਦਿੱਤੀ ਗਈ ਆ। ਵੀ ਜੋ ਕਿ ਲੋਕ ਪਹਿਲਾਂ ਇਹਦੇ ਉੱਤੇ ਯੂਰੀਆ ਪਾਉਂਦੇ ਆ, ਪਹਿਲਾਂ ਯੂਰੀਆ ਦਾ ਇੱਕ ਗੱਟਾ ਮਤਲਬ 1 ਏਕੜ ਦਾ ਪਾ ਕੇ, ਤੇ ਫਿਰ ਇਹਨੂੰ ਸਵੇਰੇ ਪਾਣੀ ਲਾਉਂਦੇ ਆ। ਤੇ ਹੁਣ ਸਵੇਰੇ ਪਾਣੀ ਲੱਗੂਗਾ, ਸਪਰੇਅ ਇਸ ਤੋਂ ਪਹਿਲਾਂ ਆਰਗੈਨਿਕ ਕਰ ਦਿੱਤੀ ਗਈ। ਹਾਂਜੀ, ਓਕੇ ਦਿਲਪ੍ਰੀਤ ਜੀ, ਆਪਾਂ ਆਪਣੇ ਅਗਲੇ ਸਵਾਲ ਵੱਲ ਵਧਦੇ ਆ। ਲੋਕ ਜਿੱਦਾਂ ਡੀਏਪੀ ਯੂਰੀਆ ਖਾਦ ਵਰਤਦੇ ਆ, ਤੁਸੀਂ ਆਰਗੈਨਿਕ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਤੁਸੀਂ ਆਰਗੈਨਿਕ ਖੇਤੀ ਕਰਦੇ ਆ, ਉਹਦਾ ਨੁਕਸਾਨ ਕੀ ਆ ਤੇ ਇਹਦਾ ਫਾਇਦਾ ਕਿੰਨਾ ਗਾ? ਤੇ ਇਹਦਾ ਝਾੜ ਜਿਹੜਾ ਆ ਉਹ ਕਣਕ ਨੂੰ ਘੱਟ ਨਿਕਲੂਗਾ ਜਾਂ ਉਨਾ ਨਿਕਲੂਗਾ ਜਾਂ ਜ਼ਿਆਦਾ ਨਿਕਲੂਗਾ? ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਦੇਖੋ ਵੀਰ ਜੀ, ਜੋ ਲੋਕ ਡੀਏਪੀ ਯੂਰੀਆ ਵਰਤਦੇ ਆ, ਉਹ ਡੀਏਪੀ ਯੂਰੀਆ ਵਰਤ ਕੇ ਅਸੀਂ ਆਪਣੇ ਖੇਤਾਂ, ਸਾਡੀ ਜ਼ਮੀਨ ਜੋ ਹੈ ਨਾ, ਉਹਨੂੰ ਅਸੀਂ ਯੂਰੀਆ ਨਾਲ ਬਿਲਕੁਲ ਜਮਾ ਚੁੱਕੇ ਆ, ਮਿਸਟੇਕ ਕਰ ਦਿੱਤਾ ਉਹਨੂੰ ਅਸੀਂ। ਵੀ ਸਾਡੀ ਜ਼ਮੀਨ ਜੋ ਆ ਉਹਦੇ ਵਿੱਚ ਜੋ ਪੋਲਾਪਣ ਸੀਗਾ, ਜੋ ਉਹਦੀ ਨਮੀ ਸੀਗੀ, ਉਹ ਅਸੀਂ ਬਿਲਕੁਲ ਮਤਲਬ ਖੁਸ਼ ਕਰ ਦਿੱਤਾ ਉਹਨੂੰ। ਸਾਡੇ ਕਦੇ ਵੀ ਹੁਣ ਪਿੱਛੇ ਜੇ ਝੋਨੇ ਹੋਏ ਸੀਗੇ ਆਮ, ਤੇ ਅਸੀਂ ਤੇ ਸਾਡੀ ਪਹਿਲਾਂ ਤੋਂ ਹੀ ਆਦਤ ਆ ਵੀ ਅਸੀਂ ਯੂਰੀਆ ਬਹੁਤ ਘੱਟ ਵਰਤਦੇ ਰਹੇ ਆ। ਜਿੱਥੇ ਲੋਕ 3-3 ਗੱਟੇ ਪਾਉਂਦੇ ਸੀਗੇ, ਉੱਥੇ ਅਸੀਂ 1.5 ਗੱਟਾ ਜਾਂ 1.25 ਗੱਟਾ ਪਾਉਂਦੇ ਸੀਗੇ ਜੀ। ਅਸੀਂ ਪਿਛਲੀ ਵਾਰ ਮਤਲਬ ਕਿ 25 ਕਿਲੋ ਇੱਕ ਵਾਰ ਦੀ ਯੂਰੀਆ ਪਾਈ ਸੀਗੀ। ਹਾਂਜੀ, 20-25 ਕਿਲੋ ਦੇ ਉਸ ਦੇ ਹਿਸਾਬ ਨਾਲ ਇੱਕ ਵਾਰ ਤੇ 2 ਵਾਰ ਯੂਰੀਆ ਪਾਈ ਸਾਡੀ 50 ਕਿਲੋ ਦੇ ਆਸ-ਪਾਸ। ਠੀਕ ਹੈ ਜੀ। ਤੇ ਇਸ ਵਾਰ ਮਤਲਬ ਬਿਲਕੁਲ ਅਸੀਂ ਬੰਦ ਕੀਤੀ। ਜਿਹੜੇ ਡੀਏਪੀ ਯੂਰੀਆ ਵਰਤਦੇ ਆ, ਉਹਦੇ ਨੁਕਸਾਨ ਕਿੰਨੇ ਕਾ? ਉਹਦਾ ਨੁਕਸਾਨ ਇਹ ਆ ਜੀ, ਸਾਡੀ ਜ਼ਮੀਨ ਦੇ ਵਿੱਚ ਸਾਡੀ ਜ਼ਮੀਨ ਦਾ ਜੋ ਕਣ ਆ ਉਹ ਬਿਲਕੁਲ ਸਖਤ ਹੋ ਗਏ ਆ। ਸਾਡੀ ਜੋ ਪਾਣੀ ਆ ਜ਼ਮੀਨ ਦੇ ਉੱਪਰ ਰਹਿੰਦਾ ਆ, ਤੇ ਸਾਡੇ ਬੂਟੇ ਦੀ ਜੋ ਜੜ ਆ ਉਹਦੇ ਤੱਕ ਪਾਣੀ ਪਹੁੰਚ ਨਹੀਂ ਕਰ ਰਿਹਾ। ਜ਼ਮੀਨ ਦਾ ਮੂੰਹ ਸੁੱਕ ਰਿਹਾ ਆ, ਪਾਣੀ ਉੱਤੇ ਖੜਾ ਆ, ਸਾਨੂੰ ਬਾਰ-ਬਾਰ ਪਾਣੀ ਲਾਉਣੇ ਪੈ ਰਹੇ ਆ। ਤੇ ਜੋ ਅਸੀਂ ਵਰਜਨ ਵਰਤਦੇ ਆ ਆਰਗੈਨਿਕ ਦਾ, ਨਿਊਚਰ ਲਾਈਫ ਕੰਪਨੀ ਦਾ ਆਰਗੈਨਿਕ ਦਾ ਵਰਜਨ ਆ, ਉਹ ਅਸੀਂ ਵਰਤ ਰਹੇ ਆ ਸਾਰਾ। ਉਹਦੇ ਵਿੱਚ ਡੀਏਪੀ, ਯੂਰੀਆ, ਪੋਟਾਸ, ਜ਼ਿੰਕ, ਉਹ ਸਾਰਾ ਹੀ ਉਹਨਾਂ ਨੇ ਇੱਕ ਬੋਤਲ ਵਿੱਚ ਹੀ ਪੈਕ ਕਰਕੇ ਸਾਨੂੰ ਦੇ ਦਿੱਤਾ ਆ। ਵੀ ਜੋ ਲੋਕ ਜ਼ਿਆਦਾ ਮਿਹਨਤ ਨਹੀਂ ਕਰ ਸਕਦੇ,
ਜਾਂ ਆਪਣੇ ਨਹੀਂ ਪ੍ਰੋਡਕਟ ਤਿਆਰ ਕਰ ਸਕਦੇ, ਜਿਵੇਂ ਕਿ ਮੈਂ ਆਰਗੈਨਿਕ ਦੂਜੀ ਰੂੜੀ ਦੀ ਖਾਦ ਤਿਆਰ ਕਰ ਰਿਹਾ ਆ, ਜੋ ਉਹ ਨਹੀਂ ਕਰ ਸਕਦੇ, ਉਹਨਾਂ ਵਾਸਤੇ ਇਹ ਸਪੈਸ਼ਲੀ ਮਤਲਬ ਤਿਆਰ ਕੀਤੇ ਗਏ ਆ ਇਹ ਚੀਜ਼ਾਂ, ਵੀ ਉਹ ਲੋਕ ਆਪ ਹੀ ਮਤਲਬ ਸਿੱਧਾ ਹੀ ਸਪਰੇਅ ਕਰਕੇ ਜਾਂ ਰੇਤਾ 'ਚ ਮਿਲਾ ਕੇ ਛੱਟਾ ਮਾਰ ਸਕਦੇ ਖੇਤ ਦੇ ਵਿੱਚ। ਇਹ ਜਿਹੜੀ ਆਰਗੈਨਿਕ ਤੁਸੀਂ ਦੱਸਿਆ, ਜਿਹੜੇ ਤੁਸੀਂ ਪ੍ਰੋਡਕਟ ਲੈ ਕੇ ਆ ਰਹੇ ਆ, ਇਹਦਾ ਖਰਚਾ ਕਿੰਨਾ ਕੁ ਆ ਜਾਂਦਾ 1 ਕਿੱਲੇ ਦਾ? ਇਹਦਾ ਖਰਚੀ ਇੱਕ ਵਾਰ ਦਾ ਕੋਈ 1000 ਕੁ ਰੁਪਏ ਦੇ ਆਸ-ਪਾਸ 1 ਏਕੜ ਦਾ ਆ ਰਿਹਾ ਖਰਚਾ ਇਹਦਾ। ਠੀਕ ਹੈ। ਤੇ ਮਤਲਬ ਬਾਕੀ ਇਹਦੇ ਫਾਇਦੇ ਇਹ ਆ ਜੀ, ਇਹ ਜੋ ਸਾਡੀ ਕਣਕ ਆ ਜਾਂ ਝੋਨਾ ਆ, ਬੂਟੇ ਦੀ ਜੋ ਜੜ੍ਹ ਆ, ਉਹ ਜੜ੍ਹ ਦੇ ਵਿੱਚ ਇਹ ਨਮੀ ਰੱਖੂਗਾ ਤੇ ਜ਼ਮੀਨ ਦੇ ਕੰਨ ਨੂੰ ਤੋੜੂਗਾ, ਠੀਕ ਹੈ, ਤਾਂ ਕਿ ਸਾਡੇ ਪਾਣੀ ਦੀ ਜੋ ਸਿੰਚਾਈ ਆ ਉਹ ਸਹੀ ਤਰੀਕੇ ਨਾਲ ਹੋਊਗੀ ਤੇ ਸਾਡੀ ਜ਼ਮੀਨ ਦਾ ਜੋ ਸਾਡੇ ਜ਼ਮੀਨ ਦੇ ਜੀਵਾਣੂ ਆ, ਜੋ ਰਸਾਇਣਿਕ ਤੱਤਾਂ ਨਾਲ ਜੋ ਸਾਡੇ ਜ਼ਮੀਨ ਦੇ ਵਿੱਚੋਂ ਤੱਤ ਮਰ ਚੁੱਕੇ ਆ ਜਾਂ ਸਾਡੇ ਮਿੱਤਰ ਕੀੜੇ ਮਰ ਚੁੱਕੇ ਆ, ਉਹ ਦੁਬਾਰਾ ਵਾਪਸ ਆਉਣ ਲੱਗ ਜਾਣਗੇ। ਤੇ ਜਿਵੇਂ ਕਿ ਆਪਾਂ ਗੱਲ ਕਰਦੇ ਆ ਵੀ ਗੰਡੋਏ ਦੀ, ਜਦੋਂ ਸਾਡੇ ਖੇਤ ਦੇ ਵਿੱਚ ਗੰਡੋਇਆ ਆਊਗਾ, ਉਹ ਸਾਡੀ ਜ਼ਮੀਨ ਨੂੰ 8 ਫੁੱਟ ਥੱਲੇ ਤੱਕ ਉਹ ਮਤਲਬ ਕਿ ਉਹ ਅਪਡੇਟ ਕਰ ਰਿਹਾ ਆ, ਖਾਲੀ ਕਰ ਰਿਹਾ। ਹਾਂ ਬਿਲਕੁਲ, ਜਿੱਦਾਂ ਅਸੀਂ ਤਹਿ ਤੋੜ ਫੇਰ ਕੇ ਆਪਣੀ ਜ਼ਮੀਨ ਨੂੰ ਪਾਣੀ ਡੂੰਘੇ ਘੱਲਣ ਦੀ ਕੋਸ਼ਿਸ਼ ਕਰ ਰਹੇ ਆ, ਸਾਡੀ ਜ਼ਮੀਨ ਨੂੰ ਅਸੀਂ ਉੱਪਰ ਵਾਹੀ ਜਾ ਰਹੇ ਆ, ਇਸੇ ਤਰ੍ਹਾਂ ਗੰਡੋਇਆ 8 ਫੁੱਟ ਤੱਕ ਸਾਡੀ ਜ਼ਮੀਨ ਨੂੰ ਵਾਹੁੰਦਾ ਆ, ਉਹਨੂੰ ਪੋਲਾ ਰੱਖਦਾ ਆ, ਤੇ ਸਾਡੇ ਝਾੜ ਵੀ ਵਧਣਗੇ, ਸਾਰਾ ਕੁਝ ਹੋਊਗਾ ਇਹਨਾਂ ਨਾਲ। ਇੱਕ ਮੈਂ ਹੋਰ ਦੇਖ ਰਿਹਾ, ਜਿੱਦਾਂ ਆਪਣੇ ਵੀਰ ਕਈ ਪਰਾਲੀ ਨੂੰ ਅੱਗ ਵਗੈਰਾ ਲਾ ਰਹੇ ਆ, ਤੁਹਾਡੀ ਪਰਾਲੀ ਵੇਚੀ ਆ ਤੁਸੀਂ, ਇਹਨੂੰ ਮਤਲਬ ਇਹਨੂੰ ਅੱਗ ਨਹੀਂ ਲਾਈ ਹੈ ਨਾ? ਇਹਦੇ ਨੁਕਸਾਨ ਵੀ ਆ, ਆਪਾਂ ਅੱਗ ਲਾਉਣ ਦੇ ਸਰਕਾਰਾਂ ਵੀ ਕਹਿ ਰਹੀਆਂ ਆ ਵੀ ਅੱਗ ਨਾ ਲਾਓ, ਇਹ ਤੁਸੀਂ ਕੀ ਇਹਦੇ ਮਤਲਬ ਕੀ ਮੈਸੇਜ ਦੇਣਾ ਚਾਹੁੰਦੇ ਆ? ਵੀਰ ਜੀ ਮੈਨੂੰ 4 ਕੁ ਸਾਲ ਹੋ ਗਏ ਆ, ਮੈਂ ਆਪਣੀ ਜ਼ਮੀਨ ਦੀ ਜੋ ਪਰਾਲੀ ਆ ਉਹਨੂੰ ਅੱਗ ਨਹੀਂ ਲਾਈ। ਤੇ ਅੱਗ ਲਾਉਣ ਦੇ ਨੁਕਸਾਨ ਇਹ ਆ ਵੀ ਸਾਡੀ ਜ਼ਮੀਨ ਦੇ ਜੋ ਅੱਗ ਲੱਗਣ ਨਾਲ, ਜਿੱਦਾਂ ਆਪਾਂ ਮਿੱਟੀ ਨੂੰ ਅੱਗ ਨਾਲ ਪਕਾਉਂਦੇ ਆ, ਉਹਦੀ ਇੱਟ ਤਿਆਰ ਹੁੰਦੀ ਆ, ਇਸੇ ਤਰ੍ਹਾਂ ਸਾਡੀ ਜ਼ਮੀਨ ਦੀ ਜਿਹੜੀ ਮਿੱਟੀ ਆ ਉਹ ਉੱਪਰੋਂ ਮਤਲਬ ਪੱਥਰ ਬਣ ਜਾਂਦੀ ਹੈ, ਇੱਟ ਬਣ ਜਾਂਦੀ ਹੈ, ਉਹਨੂੰ ਅਸੀਂ ਵਾਹ ਕੇ ਫਿਰ ਵਿੱਚ ਲੈ ਜਾਂਦੇ ਆ, ਅਗਲੇ ਸਾਲ ਫਿਰ ਅੱਗ ਲਾ ਕੇ ਫਿਰ ਇੱਟ ਬਣਾਉਂਦੇ ਆ ਉਹਦੀ। ਉਹ ਕਹਿ ਲਓ ਵੀ ਸਾਡੀ ਜ਼ਮੀਨ ਜੋ ਬੰਜਰ ਹੋਣ ਦੇ ਕਦਾਰ ਤੇ ਪਹੁੰਚ ਚੁੱਕੀ ਹੈ। ਤੇ ਜੋ ਪਰਾਲੀ ਹੁਣ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਹੋਈ ਹੈ, ਤੁਹਾਨੂੰ ਪਰਾਲੀ ਕਿਤੇ ਕਿਤੇ ਨਜ਼ਰ ਆ ਰਹੀ ਹੈ ਵਿੱਚ, ਨਹੀਂ ਤੇ ਇਹਨੂੰ ਬਹੁਤ ਸਲੋ ਦੇ ਵਿੱਚ ਇਹਨੂੰ ਬੀਜਿਆ ਗਿਆ, ਬਿਜਾਈ ਹੋਈ ਹੈ ਇਹਦੀ, ਤੇ ਤੁਹਾਨੂੰ ਪਰਾਲੀ ਬਹੁਤ ਘੱਟ ਨਜ਼ਰ ਆਊਗੀ। ਸਾਰੀ ਪਰਾਲੀ ਜੋ ਹੈ ਜ਼ਮੀਨ ਦੇ ਵਿੱਚ ਹੀ ਨੱਪ ਦਿੱਤੀ ਗਈ ਹੈ, ਕਿਉਂਕਿ ਅੱਜ ਕੱਲ ਮਸ਼ੀਨਰੀ ਦਾ ਯੁੱਗ ਆ। ਇਹ ਮਸ਼ੀਨਰੀ ਦੇ ਯੁੱਗ ਦੇ ਵਿੱਚ ਅਸੀਂ ਕਿਸੇ ਤਰ੍ਹਾਂ ਵੀ ਪਰਾਲੀ ਦੀ ਸਾਂਭ ਸੰਭਾਲ ਜੋ ਹੈ ਕਰ ਸਕਦੇ ਹਾਂ, ਤੇ ਸਾਨੂੰ ਕੋਈ ਅੱਗ ਲਾਉਣ ਦੀ ਖਾਸ ਜ਼ਰੂਰਤ ਨਹੀਂ ਹੈ। ਸਾਡੀਆਂ ਜ਼ਮੀਨਾਂ ਵੀ ਇਸ ਦੇ ਨਾਲ ਉਪਜਾਊ ਹੋਣਗੀਆਂ। ਜੋ ਸਾਡੀ ਜ਼ਮੀਨ ਨੂੰ ਇਹ ਪਰਾਲੀ ਆ ਉਹ ਖਾਦ ਦਾ ਕੰਮ ਵੀ ਕਰੂਗੀ, ਜਦੋਂ ਇਹ ਵਿੱਚ ਗਲਦੀ ਹੈ, ਇਹਨੂੰ ਪਾਣੀ ਲੱਗਣਗੇ, ਇਹ ਖਾਦ ਦਾ ਕੰਮ ਵੀ ਪਰਾਲੀ ਆਪ ਕਰੂਗੀ ਸਾਰਾ। ਠੀਕ ਹੈ ਜੀ, ਬਹੁਤ ਵਧੀਆ ਲੱਗਾ ਦਿਲਪ੍ਰੀਤ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਤੁਸੀਂ BNN ਮੀਡੀਆ ਨੂੰ ਆਪਣਾ ਟਾਈਮ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਸਾਰੀ ਟੀਮ ਦਾ, ਰਾਹੁਲ ਸ਼ਰਮਾ ਜੀ ਦਾ, ਤੇ ਸਾਡੇ ਦੂਸਰਾ ਵੀਰ ਵੀ ਸ਼ਰਮਾ ਜੀ ਤੁਹਾਡੇ ਨਾਲ ਨੇ, ਤੇ ਬਹੁਤ ਧੰਨਵਾਦ BNN ਮੀਡੀਆ ਹਾਊਸ ਦਾ ਜੋ ਖੇਤਾਂ ਦੇ ਵਿੱਚ ਆ ਕੇ ਕਵਰ ਕਰ ਰਹੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਵੀ ਬੀਜੀ ਭਾਈ, ਤੁਸੀਂ ਜਵੀ ਹੈ ਨਾ? ਇਹ ਹਾਂਜੀ, ਇਹ ਜਵੀ ਆ ਜੀ। ਇਹ ਆਪਾਂ ਮਤਲਬ 3 ਕੁ ਏਕੜ ਜਵੀ ਜੋ ਆ ਪਸ਼ੂਆਂ ਦੇ ਚਾਰੇ ਵਾਸਤੇ, ਵੀ ਇਹਦਾ ਮਤਲਬ ਅਚਾਰ ਪਾਇਆ ਜਾਊਗਾ। ਠੀਕ ਹੈ ਜੀ, ਜੋ ਮਤਲਬ ਸਟੋਰ ਕਰਕੇ ਆਪਾਂ ਸਟੋਰ ਕਰਕੇ 6-7 ਮਹੀਨੇ ਵਾਸਤੇ ਮਤਲਬ ਇਹਨੂੰ ਗਰਮੀਆਂ ਦੇ ਸਮੇਂ ਵਿੱਚ ਵਰਤਿਆ ਜਾਊਗਾ ਇਹਨੂੰ। ਠੀਕ ਹੈ, ਚਾਰੇ। ਓਕੇ। ਇਹ ਪਸ਼ੂਆਂ ਦਾ ਚਾਰਾ ਤਿਆਰ ਹੋਊਗਾ ਗਰਮੀਆਂ ਦੇ ਵਿੱਚ। ਦਿਲਪ੍ਰੀਤ ਜੀ, ਸਭ ਤੋਂ ਪਹਿਲਾਂ ਤੁਹਾਡਾ BNN ਮੀਡੀਆ ਤੇ ਧੰਨਵਾਦ ਕਰਦੇ ਹਾਂ, ਤੁਸੀਂ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ। ਹੁਣ ਆਪਾਂ ਗੱਲ ਕਰਦੇ ਹਾਂ ਖੇਤੀਬਾੜੀ ਨਾਲ ਸੰਬੰਧਿਤ ਕੁਝ ਤੁਹਾਡੇ ਕੋਲ ਜਾਣਕਾਰੀ ਲੈਣੀ ਆ। ਜਿੱਦਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਆਪਾਂ ਪਾ ਰਹੇ ਹਾਂ ਨਾ, ਖੇਤਾਂ ਨੂੰ ਬਹੁਤ ਜ਼ਿਆਦਾ ਮੈਡੀਸਨ ਪਾ ਰਹੇ ਹਾਂ, ਬਹੁਤ ਜ਼ਿਆਦਾ ਖਾਦਾਂ ਪਾ ਰਹੇ ਹਾਂ, ਉਹ ਹੈ ਨਾ। ਹੁਣ ਅੱਜ ਤੋਂ ਪਹਿਲਾਂ ਕਰਦੇ ਸੀ ਆਰਗੈਨਿਕ ਖੇਤੀਆਂ ਕਰਦੇ ਸੀਗੇ, ਉਹ ਚੀਜ਼ ਬੰਦ ਹੋ ਚੁੱਕੀ ਆ। ਹੁਣ ਇੰਨੀ ਕੁ ਜ਼ਿਆਦਾ ਆਪਾਂ ਆਪਣੀ ਜਿਹੜੀ ਧਰਤੀ ਆ ਇਹਨੂੰ ਕੈਂਸਰ ਹੋ ਚੁੱਕਿਆ ਬਹੁਤ ਜਗ੍ਹਾ ਤੇ, ਤੁਸੀਂ ਸੁਣਿਆ ਵੀ ਹੋਣਾ ਨਿਊਜ਼ ਦੇ ਵਿੱਚ ਵੀ, ਹੈ ਨਾ। ਆਪਣੇ ਬਹੁਤ ਜਗ੍ਹਾ ਤੇ ਉਹਨਾਂ ਨੇ ਵਾਇਰ ਲਾ ਕੇ ਬੰਦ ਕਰ ਦਿੱਤੀ ਆ, ਜਿੱਦਾਂ ਨੂੰ ਕੈਂਸਰ ਹੋ ਗਿਆ ਆ, ਧਰਤੀ ਨੂੰ ਕੈਂਸਰ ਹੋ ਗਿਆ ਆਪਣੀ ਜ਼ਮੀਨ ਨੂੰ। ਉਹਦੇ ਨਾਲ ਸੰਬੰਧਿਤ ਆਪਾਂ ਤੁਹਾਡੇ ਨਾਲ ਕੁਝ ਜਾਣਕਾਰੀ ਲੈਣੀ ਤੁਹਾਡੇ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ BNN ਮੀਡੀਆ ਦਾ ਬਹੁਤ ਬਹੁਤ ਸਵਾਗਤ ਤੇ ਬਹੁਤ ਧੰਨਵਾਦ, ਜੋ ਖੇਤਾਂ ਵਿੱਚ ਜਾ ਕੇ ਕਵਰੇਜ ਕਰ ਰਹੇ ਆ। ਆਮ
ਜੋ ਜਾਣਕਾਰੀਆਂ ਜੋ ਸਾਡੇ ਤੋਂ ਬਹੁਤ ਅਸੀਂ ਵਾਂਝੇ ਆ ਜਿਹਦੇ ਤੋਂ ਉਹ ਜਾਣਕਾਰੀਆਂ ਜੋ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਆ। ਬਹੁਤ ਧੰਨਵਾਦ ਮੇਰੇ ਵੀਰ ਦਾ। ਤੇ ਮੈਂ ਤੁਹਾਨੂੰ ਇਹ ਜਾਣਕਾਰੀ ਦੇਣ ਜਾ ਰਿਹਾ ਵੀ ਇਸ ਵਾਰ ਅਸੀਂ ਡੀਏਪੀ ਤੋਂ ਬਗੈਰ ਕਣਕ ਦੀ ਬਿਜਾਈ ਕੀਤੀ ਹੈ ਜੀ। ਓਕੇ। ਤੇ ਹੋਰ ਜਵੀ ਬੀਜੀ ਗਈ ਹੈ ਆਪਣੇ ਪਸ਼ੂਆਂ ਦੇ ਚਾਰੇ ਵਾਸਤੇ। ਠੀਕ ਹੈ ਜੀ। ਉਹ ਵੀ ਮਤਲਬ ਕਿ ਬਿਨਾ ਯੂਰੀਆ ਤੇ ਬਿਨਾ ਡੀਏਪੀ ਤੋਂ ਉਹਦੀ ਬਿਜਾਈ ਹੋਈ ਹੈ ਸਾਰੀ। ਤੇ ਆਰਗੈਨਿਕ ਵਰਜਨ ਕੁਝ ਵਰਤੇ ਗਏ ਆ ਉਹਦੇ ਵਾਸਤੇ। ਮਤਲਬ ਕਹ ਲਓ ਵੀ ਸਾਨੂੰ ਤੋੜ ਚਾਹੀਦਾ ਕਿਸੇ ਵੀ ਚੀਜ਼ ਦਾ। ਅਸੀਂ ਜੇ ਕਿਸੇ ਇੱਕ ਚੀਜ਼ ਨੂੰ ਜੇ ਪੈਸਟੀਸਾਈਡ ਤੋਂ ਬਾਹਰ ਆਉਣਾ ਤਾਂ ਸਾਨੂੰ ਉਹਦੇ ਵਾਸਤੇ ਕੋਈ ਤੋੜ ਚਾਹੀਦਾ ਆ। ਉਹ ਜ਼ਰੂਰ ਵਰਤਿਆ ਗਿਆ ਆ। ਪਰ ਇਹ ਡੀਏਪੀ ਤੇ ਯੂਰੀਆ ਦਾ ਬਿਲਕੁਲ ਮਤਲਬ ਬੰਦ ਕਰਨ ਦਾ ਜੋ ਫੈਸਲਾ ਲਿਆ ਆ ਉਹਨੂੰ ਬੰਦ ਕੀਤਾ ਗਿਆ ਆ। ਤੇ ਬਾਕੀ ਵੀਰੋ ਆਪਣੇ ਖਾਣ ਵਾਸਤੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਵੀ ਆਪਣੇ ਖਾਣ ਵਾਸਤੇ ਘਰੇਲੂ ਜੋ ਆਪਾਂ ਵਰਤਦੇ ਆ, ਜਿੱਦਾਂ ਸਰੋਂ ਦਾ ਤੇਲ ਹੋ ਗਿਆ, ਉਹਦੇ ਵਾਸਤੇ ਸਰੋਂ ਬੀਜੋ। ਖਾਣ ਵਾਸਤੇ ਕੋਈ ਛੋਲੇ ਬੀਜ ਲਓ, ਕੁਝ ਹੋਰ ਵਸਤੂਆਂ ਜੋ ਘਰੇਲੂ ਖਾਣ ਦੀਆਂ ਸਬਜ਼ੀਆਂ ਆ ਆਪਣੇ, ਉਹਨਾਂ ਨੂੰ ਖਾਸ ਤੌਰ ਤੇ ਆਪਾਂ ਕੋਈ ਯੂਰੀਆ ਜਾਂ ਡੀਏਪੀ ਜਾਂ ਕੋਈ ਸਪਰੇਆਂ ਨਾ ਕਰੀਏ। ਕਿਉਂਕਿ ਇਹ ਜ਼ਹਿਰ ਜੋ ਹੈ ਇਹ ਸਾਡੇ ਬੱਚਿਆਂ ਤੱਕ, ਸਾਡੀ ਜ਼ਮੀਨ ਧਰਤੀ ਸਾਡੀ ਮਾਂ ਆ। ਅਸੀਂ ਆਪਣੀ ਮਾਂ ਨੂੰ ਕਹਿ ਲਓ ਵੀ ਜ਼ਹਿਰ ਦਈ ਜਾਂਦੇ ਆ। ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਧਰਤੀ ਸਾਡੀ ਮਾਂ ਆ। ਅਸੀਂ ਆਪਣੀ ਹਵਾ ਵੀ ਦੂਸ਼ਿਤ ਕਰ ਲਈ, ਅਸੀਂ ਸਾਡੇ ਆਪਣੇ ਵਾਤਾਵਰਨ ਨੂੰ ਇੰਨਾ ਜ਼ਹਿਰੀਲਾ ਕਰ ਲਿਆ, ਤੇ ਅਸੀਂ ਆਪਣੇ ਪਾਣੀ ਵੀ ਗੰਧਲੇ ਕਰ ਲਏ, ਤੇ ਆਪਣੀ ਧਰਤੀ ਜਿਹੜੀ ਮਾਂ ਆ ਸਾਡੀ ਉਹਨੂੰ ਵੀ ਅਸੀਂ ਕਹਿ ਲਓ ਵੀ ਕੈਂਸਰ ਕਰ ਲਿਆ। ਕੈਂਸਰ ਕਰ ਹੋ ਗਿਆ। ਤੇ ਵੀਰੋ ਆ ਤੁਸੀਂ ਦੇਖ ਸਕਦੇ ਹੋ, ਆ ਮਤਲਬ ਕਿ ਛੋਲੇ ਬੀਜੇ ਗਏ ਆ ਆਪਣੇ ਖਾਣ ਵਾਸਤੇ, ਤੇ ਹੋਰ ਆ ਸਰੋਂ ਬੀਜੀ ਗਈ ਆ ਉਸ ਤੋਂ ਅੱਗੇ। ਅੱਛਾ ਜੀ, ਇਹਨਾਂ ਨੂੰ ਕੋਈ ਤੁਸੀਂ ਖਾਦ ਜਾਂ ਕੋਈ ਮਤਲਬ ਕੋਈ ਮੈਡੀਸਨ ਵਗੈਰਾ ਇਹਨਾਂ ਨੂੰ ਪਾਈ ਹੈ ਜਿਹੜੇ ਆ ਬੀਜੇ ਆ ਛੋਲੇ ਬੀਜੇ ਤੁਸੀਂ? ਨਹੀਂ ਜੀ, ਕੋਈ ਖਾਦ ਨਹੀਂ ਪਾਈ ਇਹਨਾਂ ਨੂੰ। ਤੇ ਇਹਨਾਂ ਨੂੰ ਦੇਸੀ ਰੂੜੀ ਪਾ ਕੇ ਬਿਜਾਈ ਹੋਈ ਹੈ ਇਹਦੀ। ਤੇ ਜਾਂ ਫਿਰ ਕੁਝ ਆਰਗੈਨਿਕ ਵਰਜਨ ਠੀਕ ਹੈ ਜੀ ਉਹ ਵਰਤੇ ਗਏ। ਇੱਕ ਜਿੱਦਾਂ ਮੈਂ ਉਧਰੋਂ ਆ ਰਿਹਾ ਸੀ, ਮੈਂ ਉੱਥੇ ਦੇਖਿਆ ਉਹ ਤੁਸੀਂ ਕਵਰ ਕੀਤਾ ਪਿਆ ਨਾ, ਉੱਥੋਂ ਗਡੋਏ ਵਗੈਰਾ ਤੁਸੀਂ ਰੱਖੇ ਆ। ਉਹ ਕਿੱਦਾਂ, ਉਹ ਗਡੋਏ ਕਿੱਥੋਂ ਲੈ ਕੇ ਆਏ ਜਾਂ ਤੁਸੀਂ ਇੱਥੇ ਕਿੱਦਾਂ ਕੀਤਾ? ਉਹ ਮੈਨੂੰ ਉਹਦੇ ਬਾਰੇ ਵੀ ਮਾੜਾ ਸਾਨੂੰ ਜਾਣਕਾਰੀ ਦਿਓ। ਵੀਰ ਜੀ, ਗਡੋਏ ਜਿਹੜੇ ਆ ਉਹ ਆਪਣੀ ਧਰਤੀ ਦੇ ਵਿੱਚ ਵੀ ਬਹੁਤ ਆ, ਤੇ ਆਪਣੀ ਧਰਤੀ ਦੇ ਵਿੱਚੋਂ ਵੀ ਗੰਡੋਏ ਕੁਝ ਮਤਲਬ ਰੂੜੀ ਤਿਆਰ ਕਰਨ ਵਾਸਤੇ ਗੰਡੋਏ ਜਿਹੜੇ ਆ ਵਰਤੇ ਜਾ ਰਹੇ ਆ। ਤੇ ਕੁਝ ਗੰਡੋਏ ਜੋ ਇੱਕ ਆਸਟ੍ਰੇਲੀਆ ਦੀ ਬਰੀਡ ਹੈ ਉਹ ਫਟੈਂਡਾ, ਉਹ ਵੀ ਲਿਆਂਦੇ ਗਏ ਆ। ਉਹ ਮੈਂ ਫਲੋਰ ਤੋਂ ਲੈ ਕੇ ਆਇਆ ਸੀਗਾ। ਅੱਛਾ, ਫਲੋਰ ਤੋਂ ਲੈ ਕੇ? ਹਾਂਜੀ ਹਾਂਜੀ, ਉਹ ਫਲੋਰ ਤੋਂ ਮਤਲਬ ਕਿ 20 ਕਿਲੋ ਗੰਡੋਏ ਲਿਆਂਦੇ ਸੀਗੇ ਵੀ ਉਹ ਟੈਸਟ ਕਰਨ ਵਾਸਤੇ, ਵੀ ਉਹ ਸਪੈਸ਼ਲ ਰੂੜੀ ਖਾਂਦੇ ਜ਼ਿਆਦਾਤਰ, ਉਹ ਮਤਲਬ ਮਿੱਟੀ 'ਚ ਨਹੀਂ ਜਾਂਦੇ। ਉਹਦਾ ਕਿੰਨਾ ਕੁ ਖਰਚਾ ਆ ਗਿਆ ਤੁਹਾਡਾ ਜਿਹੜਾ ਤੁਸੀਂ ਗੰਡੋਏ ਲੈ ਕੇ ਆਏ? ਉਹਦੀ ਕੋਈ 7-8 ਹਜ਼ਾਰ ਦਾ ਖਰਚਾ ਸੀਗਾ ਸਾਰਾ। ਠੀਕ ਹੈ। ਹਾਂਜੀ। ਤੇ ਹੁਣ ਉਹ ਅੱਗੇ ਦੀ ਅੱਗੇ ਉਹ ਮਤਲਬ ਇੱਥੇ ਤੁਸੀਂ ਜਿੱਦਾਂ ਹੁਣ ਉਹਨੂੰ ਫੇਰ ਦੁਬਾਰਾ ਲਿਆਉਣੇ ਪਊਗੇ ਜਾਂ ਉਹ ਵਧੂਗੇ ਅੱਗੇ ਦੀ ਅੱਗੇ? ਨਹੀਂ, ਉਹ ਵੱਧ ਜਾਣਗੇ ਜੀ। ਠੀਕ ਹੈ ਜੀ। ਉਹ ਮਤਲਬ ਦੁੱਗਣੇ ਹੋ ਜਾਣਗੇ ਪਹਿਲੀ ਵਾਰ 'ਚ। ਇੱਕ ਬੈੱਡ ਤਿਆਰ ਹੋਣ ਤੋਂ ਬਾਅਦ ਉਹ ਆਪਣੀ ਖਾਦ ਤਿਆਰ ਕਰਨਗੇ, ਨਾਲ ਉਹ ਵੀ ਦੁੱਗਣੇ ਹੋਣਗੇ, ਤੇ ਉਸ ਤੋਂ ਬਾਅਦ ਉਹ ਬੈੱਡ ਡਬਲ ਹੋ ਜਾਣਗੇ। ਤੇ ਆਪਣੀ ਘਰੇਲੂ ਖਾਦ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮਤਲਬ ਕਿ ਡੀਏਪੀ ਵਗੈਰਾ ਜਾਂ ਯੂਰੀਆ ਵਗੈਰਾ ਲੈਣ ਦੀ ਲੋੜ ਨਹੀਂ ਪਊਗੀ। ਆਪਣੇ ਖੇਤਾਂ ਵਿੱਚ ਸਾਰੀ ਵਰਮੀ ਕੰਪੋਸਟ ਦੀ ਜਿਹੜੀ ਖਾਦ ਆ ਉਹ ਹੀ ਵਰਤੀ ਜਾਊਗੀ। ਜਿੱਦਾਂ ਤੁਸੀਂ ਦੱਸਿਆ ਕਿ ਕਣਕ ਦਾ ਵੀ, ਕਣਕ ਵੀ ਤੁਸੀਂ ਆਰਗੈਨਿਕ ਬੀਜੀ ਆ ਹਨਾ, ਉਹ ਕਿੱਦਾਂ ਕਣਕ ਜਿਹੜੀ ਹੁਣ ਸਾਨੂੰ ਦਿਖਾ ਸਕਦੇ ਤੁਸੀਂ? ਹਾਂਜੀ, ਆਓ ਤੁਹਾਨੂੰ ਕਣਕ ਵੱਲ ਲੈ ਚੱਲਦੇ ਆ। ਆਜੋ ਆਪਾਂ ਕਣਕ ਦੇਖਦੇ ਆ ਜਿਹੜੀ ਆਰਗੈਨਿਕ ਕਣਕ ਇਹਨਾਂ ਨੇ।